ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਗੁਰੂ ਪਿਆਰੀ ਗੁਰੂ ਸਵਾਰੀ ਪਰਮ ਸਤਿਕਾਰਯੋਗ ਸਾਧ ਸੰਗਤ ਜੀਓ, ਅੱਜ ਦਾਸ ਸੰਤ ਮਹਾਂਪੁਰਖ ਬਾਬਾ ਮਹਾਹਰਨਾਮ ਸਿੰਘ ਜੀ ਦੀ ਚੱਲ ਰਹੀ ਲੜੀਵਾਰ ਪ੍ਰਸੰਗ ਕਥਾ ਦੇ ਤਹਿਤ ਉਹਨਾਂ ਦੇ ਅਗਲੇ ਜੀਵਨ ਦਰਸ਼ਨਾਂ ਦੀ ਜੋ ਕੜੀ ਆ ਦਾਸ ਆਪ ਸਾਰੀਆਂ ਸੰਗਤਾਂ ਨਾਲ ਸਾਂਝਾ ਕਰਦਾ ਹੈਗਾ। ਜਿਵੇਂ ਗੁਰਬਾਣੀ ਦਾ ਫਰਮਾਨ ਆ, ਲੱਖ ਖੁਸ਼ੀਆਂ ਪਾਤਸ਼ਾਹੀਆਂ ਜੇ ਸਤਿਗੁਰ ਨਦਰ ਕਰੇ, ਇਸੇ ਤਰ੍ਹਾਂ ਨਾ ਇੱਕ ਭਾਈ ਦਿਆਲ ਸਿੰਘ ਜੀ ਹੋਏ ਆ ਭੁੱਚੋ ਕਲਾਂ ਦੇ। ਇਹ ਜਿਹੜੇ ਭਾਈ ਦਿਆਲ ਸਿੰਘ ਸੀ, ਇਹ ਹਨਤ ਪੱਟੀ ਦੇ ਵਿੱਚ ਰਹਿੰਦੇ ਹੁੰਦੇ ਸੀ ਉਹਨਾਂ ਟਾਈਮਾਂ ਦੇ ਵਿੱਚ, ਅਤੇ ਮਹਾਂਪੁਰਖਾਂ ਦੀ ਸੇਵਾ ਕਰਦੇ ਹੁੰਦੇ ਸੀ। ਭਾਈ ਦਿਆਲ ਸਿੰਘ ਜੀ ਦੇ 3 ਲੜਕੇ ਸੀ, ਅਤੇ ਇੱਕ ਦਾ ਨਾਂ ਸੀ ਸਰਦਾਰ ਕੁੰਡਾ ਸਿੰਘ, ਦੂਸਰਾ ਜਿਹੜਾ ਸੀਗਾ ਸਰਦਾਰ ਪਾਖਰ ਸਿੰਘ, ਅਤੇ ਤੀਸਰਾ ਸੀ ਸਰਦਾਰ ਸ਼ਾਮ ਸਿੰਘ। ਇਹ ਤਿੰਨੇ ਭਰਾ ਤਕਰੀਬਨ 7 ਫੁੱਟ ਕੱਦ ਦੇ ਕਰੀਬ ਹੁੰਦੇ ਸੀ, ਤਿੰਨੇ ਬੜੇ ਡਾਢੇ ਤਕੜੇ ਹੁੰਦੇ ਸੀ। ਅਤੇ ਜਿਹੜੇ ਵੱਡੇ ਭਰਾ ਕੁੰਡਾ ਸਿੰਘ ਸੀ, ਇਹ ਥੋੜ੍ਹੇ ਭੋਲੇ ਸੁਭਾਅ ਦੇ ਸੀਗੇ, ਪਰ ਪਾਖਰ ਸਿੰਘ ਜਿਹੜੇ ਸੀਗੇ ਇਹ ਕਾਫੀ ਬਹਾਦਰ ਸੀਗੇ, ਬੜੇ ਦਲੇਰ ਸੀਗੇ। ਅਤੇ ਸ਼ਾਮ ਸਿੰਘ ਜਿਹੜੇ ਸੀਗੇ ਇਹ ਉਹਨਾਂ ਟਾਈਮਾਂ ਦੇ ਵਿੱਚ ਕੁਸ਼ਤੀ ਦਾ ਘੋਲ ਕਰਦੇ ਹੁੰਦੇ ਸੀ। ਸੋ ਜਿੱਦਾਂ ਜਿੱਦਾਂ ਦਾ ਸਮਾਂ ਲੰਘਦਾ ਗਿਆ, ਇਸੇ ਤਰ੍ਹਾਂ ਹੈ ਨਾ ਸਰਦਾਰ ਪਾਖਰ ਸਿੰਘ ਜਿਹੜੇ ਸੀ ਭਾਈ ਦਿਆਲ ਸਿੰਘ ਦੇ ਲੜਕੇ, ਇਹ ਫੌਜ ਦੇ ਵਿੱਚ ਭਰਤੀ ਹੋਏ ਉਹਨਾਂ ਟਾਈਮਾਂ ਦੇ ਵਿੱਚ। ਇਹਨਾਂ ਦੇ ਕੋਲ ਹੈ ਨਾ ਜ਼ਮੀਨ ਬੜੀ ਥੋੜ੍ਹੀ ਸੀ ਉਹਨਾਂ ਟਾਈਮਾਂ ਦੇ ਵਿੱਚ, ਗੁਜ਼ਾਰਾ ਬੜਾ ਮੁਸ਼ਕਿਲ ਚੱਲਦਾ ਹੁੰਦਾ ਸੀਗਾ। ਅਤੇ ਭਾਈ ਦਿਆਲ ਸਿੰਘ ਇਹ ਮਹਾਂਪੁਰਖਾਂ ਦੀ ਜਦੋਂ ਟਿੱਲਾ ਸਾਹਿਬ ਸੇਵਾ ਕਰਦੇ ਹੁੰਦੇ ਸੀ, ਅਤੇ ਖਾਸ ਕਰਕੇ ਜਦੋਂ ਗਰਮੀਆਂ ਦੇ ਦਿਨ ਹੁੰਦੇ ਸੀ ਤਾਂ ਸਾਰੇ ਬਰਤਨ ਭਰ ਕੇ ਰੱਖਦੇ ਹੁੰਦੇ ਸੀ। ਅਤੇ ਮਹਾਂਪੁਰਖ ਬਾਬਾ ਮਹਾਹਰਨਾਮ ਸਿੰਘ ਹੋਣੀ ਜਿਹੜੇ ਸੀ ਨਾ ਭਾਈ ਦਿਆਲ ਸਿੰਘ ਹੋਣਾ 'ਤੇ ਬੜੇ ਪ੍ਰਸੰਨ ਹੁੰਦੇ ਸੀ। ਅਤੇ ਉਹਨਾਂ ਨੂੰ ਅਕਸਰ ਕਹਿੰਦੇ ਸੀ, ਕਹਿੰਦੇ ਜਿਸ ਤਰ੍ਹਾਂ ਤੂੰ ਹੈ ਨਾ ਬਰਤਨਾਂ 'ਚ ਪਾਣੀ ਭਰਦਾ ਸੰਗਤ ਦੀ ਸੇਵਾ ਕਰਦਾ, ਇਸੇ ਤਰ੍ਹਾਂ ਤੇਰੀ ਔਲਾਦ ਵਧੂਗੀ, ਇਸ ਤਰ੍ਹਾਂ ਵਧੂਗੀ ਜਿਵੇਂ ਜਾਨਵਰਾਂ ਦੇ ਬੱਚੇ ਵੱਧਦੇ ਆ। ਦੇਖੋ ਇਹ ਮਹਾਂਪੁਰਖਾਂ ਦੇ ਜਿਹੜੀ ਅੰਦਰੋਂ ਸੀਸ ਹਮੇਸ਼ਾ ਭਾਈ ਦਿਆਲ ਸਿੰਘ ਦੇ ਰਹਿੰਦੀ ਸੀਗੀ। ਅਤੇ ਜਦੋਂ ਹੈ ਨਾ ਭਾਈ ਪਾਖਰ ਸਿੰਘ ਫੌਜ 'ਚ ਭਰਤੀ ਹੋਏ, ਭਰਤੀ ਹੋਣ ਤੋਂ ਬਾਅਦ ਫਿਰ ਦੁਬਾਰਾ ਛੁੱਟੀ ਜਦ ਆਏ ਆ ਪਿੰਡ ਦੇ ਵਿੱਚ, ਇਹ ਜਦ ਬਾਬਾ ਜੀ ਦੇ ਦਰਸ਼ਨ ਕਰਨ ਆਏ, ਅਤੇ ਇਹਨਾਂ ਨੇ ਆਉਂਦੇ ਸਾਰਿਆਂ ਨਾ ਮਹਾਂਪੁਰਖਾਂ ਨੂੰ ਮੱਥਾ ਟੇਕਿਆ। ਜਦ ਮੱਥਾ ਟੇਕਿਆ ਤਾਂ ਬਾਬਾ ਜੀ ਕਹਿਣ ਲੱਗੇ, ਕਹਿੰਦੇ ਕਿਵੇਂ ਆਏ ਆ? ਅਤੇ ਭਾਈ ਪਾਖਰ ਸਿੰਘ ਕਹਿਣ ਲੱਗੇ, ਕਹਿੰਦੇ ਮਹਾਂਪੁਰਖ ਆਪ ਜੀ ਦੇ ਦਰਸ਼ਨ ਕਰਨ ਆਇਆ। ਅਤੇ ਬਾਬਾ ਜੀ ਕਹਿਣ ਲੱਗੇ, ਕਹਿੰਦੇ ਘਰ ਤਾਂ ਇਹ ਗੱਲ ਕਹਿੰਦਾ ਸੀਗਾ ਕਿ ਬਮੂਨਿਆਂ ਕੋਲੋਂ ਪੁੱਛ ਕੇ ਆਉਂਦੇ ਆ ਵੀ ਇਹ ਕੰਮ ਬਣੂ ਜਾਂ ਨਹੀਂ ਬਣੂਗਾ, ਹੁਣ ਤੂੰ ਕਹਿੰਦਾ ਦਰਸ਼ਨ ਕਰਨ ਆਇਆ, ਵੱਡੇ ਦਰਸ਼ਨਾਂ ਵਾਲਾ। ਜਦੋਂ ਮਹਾਂਪੁਰਖਾਂ ਨੇ ਇਸ ਤਰ੍ਹਾਂ ਬੜੇ ਪਿਆਰ ਨਾਲ ਝਾੜ ਭਾਈ ਪਾਖਰ ਸਿੰਘ ਨੂੰ, ਤਾਂ ਭਾਈ ਪਾਖਰ ਸਿੰਘ ਜਿਹੜੇ ਸੀ ਚੁੱਪ ਕਰ ਗਏ। ਅਤੇ ਮਹਾਂਪੁਰਖਾਂ ਨੇ ਉਸੇ ਟਾਈਮ ਭਾਈ ਪਾਖਰ ਸਿੰਘ ਨੂੰ ਕਹਿ ਤਾ, ਕਹਿੰਦੇ ਜਾ ਤੂੰ ਦਰਸ਼ਨ ਕਰਨ ਆਇਆ, ਇਸ ਤਰ੍ਹਾਂ ਕਰ ਜਾ ਕੇ ਹੈ ਨਾ ਤੂਤ ਦੇ ਥੱਲੇ ਖੜਾ ਹੋ ਜਾ। ਭਾਈ ਪਾਖਰ ਸਿੰਘ ਨੂੰ 7 ਵਜਨ ਕਰਕੇ ਤੂਤ ਦੇ ਥੱਲੇ ਖੜ੍ਹ ਗਏ। ਇਸ ਤਰ੍ਹਾਂ ਖੜੇ ਖੜੇ ਜਦ 2 ਘੰਟੇ ਬੀਤੇ ਤਾਂ ਮਹਾਂਪੁਰਖਾਂ ਦੀ ਨਜ਼ਰ ਜਦ ਭਾਈ ਪਾਖਰ ਸਿੰਘ 'ਤੇ ਗਈ ਵੀ ਅਜੇ ਵੀ ਤੂਤ ਦੇ ਥੱਲੇ ਖੜਾ ਹੈਗਾ। ਫਿਰ ਸੇਵਾਦਾਰ ਨੂੰ ਮਹਾਂਪੁਰਖਾਂ ਨੇ ਭੇਜਿਆ, ਕਹਿਣ ਲੱਗੇ, ਕਹਿੰਦੇ ਉਹਨੂੰ ਕਹਿ ਮੇਰੇ ਸਾਹਮਣੇ ਤੂਤ ਦੇ ਥੱਲੇ ਖੜੇ ਨਹੀਂ ਹੋਣਾ, ਉੱਧਰ ਜਾ ਕੇ ਬੋਹੜ ਦੇ ਥੱਲੇ ਖੜੇ ਹੋ ਜਾ। ਦੇਖੋ ਜਦ ਸੇਵਾਦਾਰ ਨੇ ਭਾਈ ਪਾਖਰ ਸਿੰਘ ਨੂੰ ਕਿਹਾ, ਅਤੇ ਭਾਈ ਪਾਖਰ ਸਿੰਘ ਹੁਣੇ 7 ਵਜਨ ਕਰਕੇ ਤੂਤ ਛੱਡ ਕੇ ਬੋਹੜ ਦੇ ਥੱਲੇ ਖੜੇ ਹੋ ਗਏ। ਜਦ ਇਸ ਤਰ੍ਹਾਂ ਖੜਿਆਂ ਨੂੰ ਕਾਫੀ ਟਾਈਮ ਹੋਇਆ, ਅਤੇ ਮਹਾਂਪੁਰਖਾਂ ਨੇ ਵੀ ਭਾਈ ਪਾਖਰ ਸਿੰਘ ਨੂੰ ਦੇਖ ਲਿਆ ਵੀ ਇਹਦਾ ਸਿਦਕ ਬੜਾ ਪੱਕਾ ਹੈਗਾ, ਅਤੇ ਲੱਗਦਾ ਕਿਸੇ ਦਾ ਪੜ੍ਹਾਇਆ ਹੈਗਾ। ਫਿਰ ਸੇਵਾਦਾਰ ਨੂੰ ਭੇਜ ਕੇ ਕਹਿੰਦੇ ਜਾ ਭਾਈ ਪਾਖਰ ਨੂੰ ਫਿਰ ਸੱਦ ਕੇ ਲੈ ਗਿਆ। ਜਦੋਂ ਭਾਈ ਪਾਖਰ ਸਿੰਘ ਮਹਾਂਪੁਰਖਾਂ ਦੇ ਸੱਦੇ 'ਤੇ ਦੁਬਾਰਾ ਆਏ ਤਾਂ ਮਹਾਂਪੁਰਖ ਕਹਿੰਦੇ ਜਾ ਜਿਹੜੇ ਕਾਰਜ ਲਈ ਉਹ ਤੇਰਾ ਕਾਰਜ ਸਿੱਧ ਹੋ ਜਾਊਗਾ। ਜਦ ਇੰਨੀ ਗੱਲ ਹੋਈ ਤਾਂ ਭਾਈ ਪਾਖਰ ਸਿੰਘ ਹੁਣਾਂ ਨੇ ਮੱਥਾ ਟੇਕਾ, ਬੜੇ ਪ੍ਰਸੰਨ ਹੋ ਗਏ ਅਤੇ ਉੱਥੋਂ ਚਲੇ ਗਏ। ਇਹਨਾਂ ਸਾਰੇ ਭਾਈਆਂ ਨੇ ਹੈ ਨਾ, ਇਹਨਾਂ ਦੇ ਪਿੰਡ ਜਿਹੜਾ ਨਾਨਕੇ ਸੀਗਾ, ਨਾਨਕੇ ਪਿੰਡ ਸੀ ਇਹਨਾਂ ਦਾ ਪੰਨੀ ਵਾਲਾ, ਜਿਹੜਾ ਫਾਜ਼ਿਲਕੇ ਪੈਂਦਾ ਸੀਗਾ। ਅਤੇ ਭਾਈ ਪਾਖਰ ਸਿੰਘ ਹੁਣਾਂ ਨੇ ਫੌਜ ਦੇ ਥੋੜ੍ਹੇ ਪੈਸੇ ਜੋੜੇ ਸੀਗੇ, ਥੋੜ੍ਹੇ ਘਰ ਖੇਤੀ ਕਰਕੇ ਮਾੜੇ ਮੋਟੇ ਪੈਸੇ ਜੋੜ ਕੇ ਅਤੇ ਨਾਨਕੇ ਜਾ ਕੇ ਨਾ ਜ਼ਮੀਨ ਖਰੀਦਣੀ ਸ਼ੁਰੂ ਕਰ ਦਿੱਤੀ ਸੀ। ਜਦ ਜ਼ਮੀਨ ਜਿਹੜੀ ਖਰੀਦਣੀ ਸ਼ੁਰੂ ਕੀਤੀ, ਅਤੇ ਇਸ ਤਰ੍ਹਾਂ ਜਦ ਹਾਲੀ ਦਾ ਮਾਮਲਾ ਆਉਣਾ, ਕਿਉਂਕਿ ਵੱਡਾ ਭਰਾ ਦਾ ਜਿਹੜਾ ਕੁੰਦਾ ਸਿੰਘ ਸੀਗਾ ਇਹ ਥੋੜ੍ਹਾ ਭੋਲਾ ਸੀਗਾ, ਇਸ ਕਰਕੇ ਇਹਨੇ ਆਪਣੇ ਮਾਮਿਆਂ ਦੇ ਕੋਲੋਂ ਹਾਲੀ ਦੀ ਪਰਚੀ ਜਿਹੜੀ ਆ ਉਹ ਨਹੀਂ ਲੈਣੀ। ਜਦ ਹਾਲੀ ਦੀ ਪਰਚੀ ਲੈਣੀ ਨਹੀਂ, ਅਤੇ ਇਸ ਤਰ੍ਹਾਂ ਇਹਨੀ ਜਿਹੜੀ ਸੀ ਜ਼ਮੀਨ ਨਾਨਕੀ ਖਰੀਦਣੀ ਅਤੇ ਨਾਨਕਿਆਂ ਨੂੰ ਪੈਸੇ ਭੇਜਣੇ ਸ਼ੁਰੂ ਕੀਤੇ। ਹੌਲੀ ਹੌਲੀ ਕਰਦੇ ਕਰਦੇ ਜਿਹੜੀ ਸੀ ਨਾਨਕੇ ਨੇ ਜ਼ਮੀਨ ਜਿਹੜੀ ਸੀ ਉਹ ਕਾਫੀ ਖਰੀਦ ਲਈ। ਅਤੇ ਇਸ ਤਰ੍ਹਾਂ ਕਰਦੇ ਕਰਦੇ ਇੱਕ ਦਿਨ ਇਹ ਸਾਰੇ ਭਰਾ ਨਾਲ ਸਲਾਹ ਕਰਕੇ ਮਹਾਂਪੁਰਖਾਂ ਦੇ ਕੋਲ ਇਕੱਠੇ ਹੋ ਗਏ ਆਏ। ਜਦ ਇਕੱਠੇ ਹੋ ਕੇ ਤੇ ਬਾਬਾ ਜੀ ਨੂੰ ਕਹਿਣ ਲੱਗੇ, ਕਹਿੰਦੇ ਵੀ ਅਸੀਂ ਹੈ ਨਾ ਚੱਕ ਜਾ ਰਹੇ ਹਾਂ, ਸਾਨੂੰ ਇਹ ਦੱਸੋ ਵੀ ਕਦੋਂ ਜਾਈਏ ਅਤੇ ਕਿਹੜੇ ਪਾਸੇ ਜਾਈਏ। ਜਦ ਇਹਨਾਂ ਨੇ ਆਪਣੀ ਅੰਦਰਲੀ ਸਾਰੀ ਗੱਲਬਾਤ ਬਾਬਾ ਮਹਾਹਰਨਾਮ ਸਿੰਘ ਨਾਲ ਸਾਂਝੀ ਕੀਤੀ, ਅਤੇ ਬਾਬਾ ਜੀ ਨੇ ਉਹਨੂੰ ਸਹਿ ਸੁਭਾਅ ਕਹਿਣ ਲੱਗੇ, ਕਹਿੰਦੇ ਇਸ ਤਰ੍ਹਾਂ ਕਰੋ, ਇੱਥੇ ਦਾ ਨਾ ਇੱਕ ਪੰਡਿਤ ਮੰਗਲਦਾਸ ਵਾ, ਉਹਦੇ ਤੋਂ ਪੱਤਰੀ ਖਲਵਾਓ ਅਤੇ ਉਹਨੂੰ ਪੁੱਛੋ। ਜਦ ਇੰਨੀ ਗੱਲ ਹੋਈ ਸਾਰੇ ਭਰਾ ਮੰਗਲਦਾਸ ਕੋਲ ਚਲੇ ਗਏ। ਮੰਗਲਦਾਸ ਨੇ ਕੀ ਕੀਤਾ, ਪੱਤਰੀ ਇਹਨਾਂ ਦੀ ਖੋਲ੍ਹੀ, ਪੱਤਰੀ ਖੋਲ੍ਹ ਕੇ ਉਹਨੇ ਆਪਣਾ ਟੇਵਾ ਲਾਇਆ, ਉਹਦੇ ਹਿਸਾਬ ਨਾਲ ਉਹਨੂੰ ਦੱਸਿਆ ਵੀ ਇਸ ਤਰ੍ਹਾਂ ਕਰਿਓ, ਮੰਗਲਵਾਰ ਨੂੰ ਤੁਰਿਓ ਅਤੇ ਤੁਰਿਓ ਸ਼ਾਮ ਦੇ 4 ਵਜੇ। ਬਾਕੀ ਜਦੋਂ ਤੁਸੀਂ ਤੁਰੋਗੇ ਪਿੱਛੇ ਤੁਹਾਨੂੰ ਕੋਈ ਵੀ ਬਾਜਾ ਮਾਰੇ ਪਿੱਛਾ ਮੁੜ ਕੇ ਨਹੀਂ ਦੇਖਣਾ। ਇਹਨਾਂ ਤਿੰਨਾਂ ਨੇ ਕੀ ਕੀਤਾ, ਭਰਾਵਾਂ ਨੇ ਆ ਕੇ ਮਹਾਂਪੁਰਖਾਂ ਨੂੰ ਦੱਸਿਆ ਕਿ ਮੰਗਲਦਾਸ ਇਸ ਤਰ੍ਹਾਂ ਕਹਿੰਦਾ ਹੈਗਾ।
ਤੇ ਜਦ ਸਾਰੀ ਗੱਲਬਾਤ ਮਹਾਂਪੁਰਖਾਂ ਦੱਸੀ ਤੇ ਬਾਬਾ ਜੀ ਕਹਿਣ ਲੱਗੇ, ਕਹਿੰਦਾ ਚੰਗਾ ਸ਼ੁੱਧ ਵਾ। ਉਸ ਤੋਂ ਬਾਅਦ ਫਿਰ ਮਹਾਂਪੁਰਖਾਂ ਨੇ ਕਿਹਾ, ਕਹਿੰਦੇ ਦੇਖੋ ਤੁਸੀਂ ਇਸ ਤਰ੍ਹਾਂ ਕਰੋ, ਇਹ ਜਿਹੜਾ ਭੁੱਚੋ ਪਿੰਡ ਤੁਸੀਂ ਛੱਡ ਜਾਓ, ਘਰ ਦਾ ਸਮਾਨ ਹੈ ਨਾ ਇੱਕੋ ਵਾਰ ਗੱਡੇ ਤੇ ਬੰਨਣਾ ਹੈਗਾ, ਤੇ ਜਦੋਂ ਤੁਰਨਾ ਹੈਗਾ ਪਿੱਛਾ ਮੁੜ ਕੇ ਨਹੀਂ ਦੇਖਣਾ। ਤੇ ਦੂਸਰੀ ਗੱਲ ਹੈ ਕਿ ਕੋਈ ਸਮਾਨ ਘਰ ਰਹਿ ਗਿਆ ਉਹਨੂੰ ਦੁਬਾਰਾ ਲੈਣ ਨਹੀਂ ਆਉਣਾ। ਦੂਸਰੀ ਅਗਲੀ ਗੱਲ ਮਹਾਂਪੁਰਖਾਂ ਦੱਸੀ ਸੀ, ਕਹਿੰਦੇ ਵੀ ਇੱਥੋਂ ਨਾ 7 ਕੋ ਅੱਗੇ ਜਾ ਕੇ ਹੀ ਜਿੱਥੇ ਆਰਾਮ ਕਰਨਾ ਉੱਥੇ ਆਰਾਮ ਕਰਨਾ, ਪਿੱਛਾ ਮੁੜ ਕੇ ਨਹੀਂ ਦੇਖਣਾ। ਇਹਨਾਂ ਬਚਨਾਂ ਦੀ ਤੁਸੀਂ ਪਹਿਰਾ ਦੇਣਾ, ਤੇ ਜੇ ਤੁਸੀਂ ਇਹਨਾਂ ਬਚਨਾਂ ਦੇ ਪੂਰੇ ਉਤਰ ਗਏ ਤਾਂ ਫਿਰ ਮਹਾਂਪੁਰਖ ਕਹਿੰਦੇ ਵੀ ਤੁਹਾਨੂੰ ਲੰਬੜਦਾਰੀਆਂ, ਸਰਪੰਚੀਆਂ, ਤਹਿਸੀਲਦਾਰੀਆਂ ਇਹ ਸਾਰੀਆਂ ਕਹਿੰਦੇ ਵੀ ਅਸੀਂ ਤੁਹਾਨੂੰ ਦੇ ਦਿਆਂਗੇ, ਤੇ ਤੁਸੀਂ ਲੱਖਾਂ ਵਿੱਚੋਂ ਖੇਡੋਗੇ ਤੇ ਚਾਂਦੀ ਦੀਆਂ ਬੋਰੀਆਂ ਭਰੋਗੇ, ਤੇ 7 ਪੀੜ੍ਹੀਆਂ ਤੱਕ ਜਿਹੜਾ ਹੈ ਨਾ ਤੁਹਾਡਾ ਸੰਬੰਧ ਇਸ ਤਰ੍ਹਾਂ ਚੜ੍ਹਦੀ ਕਲਾ 'ਚ ਰਹੇਗਾ। ਜਦੋਂ ਮਹਾਂਪੁਰਖਾਂ ਨੇ ਇਹਨਾਂ ਨੂੰ ਪਰਿਵਾਰ ਨੂੰ ਇਸ ਤਰ੍ਹਾਂ ਵਰਦਾਨ ਦੇ ਦਿੱਤੇ, ਉਸ ਤੋਂ ਬਾਅਦ ਫਿਰ ਇਹਨੇ ਪਰਿਵਾਰ ਨੇ ਸਾਰੇ ਘਰ ਆ ਕੇ ਸਲਾਹ ਕੀਤੀ ਵੀ ਹੁਣ ਪਹਿਲਾਂ ਕਿੱਧਰ ਨੂੰ ਜਾਈਏ। ਸਾਰਿਆਂ ਨੇ ਕਿਹਾ ਵੀ ਪਹਿਲਾਂ ਹੈ ਨਾ ਆਪਾਂ ਨਾਨਕੇ ਘਰ ਚੱਲਦੇ ਹਾਂ। ਸੋ ਸਲਾਹ ਕਰਕੇ ਇਹਨਾਂ ਨੇ ਕੀ ਕੀਤਾ, ਗੱਡੇ ਮੰਗਾਏ, ਗੱਡਿਆਂ ਦੇ ਸਾਰਾ ਸਮਾਨ ਲੱਦ ਕੇ ਤੇ ਜਦੋਂ ਤੁਰਨ ਲੱਗੇ ਤਾਂ ਇਹਨਾਂ ਦੇ ਅੱਖਾਂ ਵਿੱਚ ਬੜੇ ਅਥਰੂ ਸੀ, ਕਿਉਂਕਿ ਪਿੰਡ ਛੱਡਣਾ ਬੜਾ ਮੁਸ਼ਕਲ ਹੁੰਦਾ ਹੈਗਾ। ਪਿੰਡ ਦੇ ਨਾਲ ਪਿਆਰ ਸਨੇਹ ਕਰਕੇ ਤੇ ਜਦ ਪਿੰਡ ਵਾਲਿਆਂ ਨੂੰ ਮਿਲੇ ਆ, ਜਦ ਇੱਥੋਂ ਤੁਰੇ ਆ ਗੱਡਿਆਂ ਦੇ ਉੱਤੇ, ਤੇ ਇਹਨਾਂ ਨੇ ਕਿਹਾ ਵੀ ਇਸ ਤਰ੍ਹਾਂ ਕਰਦੇ ਆ, ਬਹਾਵਲਪੁਰ ਜਿਹੜਾ ਨਾ ਪਾਕਿਸਤਾਨ ਵਾਲੇ ਪਾਸੇ ਆ ਉੱਧਰ ਨੂੰ ਤੁਰਦੇ ਆ। ਇਸ ਤਰ੍ਹਾਂ ਤੁਰਦੇ ਤੁਰਦੇ ਜਿਹੜੇ ਸੀਗੇ ਇਹ 7 ਕੋ ਜਾ ਕੇ ਜਦ ਰੁਕੇ ਆ, ਉੱਥੇ ਜਾ ਕੇ ਇਹਨਾਂ ਨੇ ਜਿਹੜਾ ਸੀਗਾ ਰਾਤ ਕੱਟੀ ਆ। ਸਵੇਰੇ ਫਿਰ ਇਹਨੇ ਗੱਡੇ ਜੋੜੇ ਤੇ ਉੱਥੋਂ ਫਿਰ ਅੱਗੇ ਤੁਰ ਗਏ। ਅੱਗੇ ਤੁਰਨ ਤੋਂ ਬਾਅਦ ਇਹ ਆਪਣੇ ਪਹਿਲਾਂ ਨਾ ਨਾਨਕੇ ਪਿੰਡ ਪਹੁੰਚੇ। ਜਦ ਨਾਨਕੇ ਪਿੰਡ ਗਏ ਆ ਤੇ ਉੱਥੇ ਨਾਨਕਿਆਂ ਦੇ ਨਾਲ ਜਦ ਜ਼ਮੀਨ ਦੀ ਗੱਲਬਾਤ ਹੋਈ, ਤੇ ਜਿਹੜੇ ਨਾਨਕੇ ਸੀ, ਕਿਉਂਕਿ ਜਿਹੜਾ ਭਰਾ ਕੁੰਦਾ ਸਿੰਘ ਸੀਗਾ ਇਹਨੇ ਹੈ ਨਾ ਪਰਚੀਆਂ ਨਹੀਂ ਸੀ ਲਈਆਂ ਉਹਨਾਂ ਟਾਈਮਾਂ ਵਿੱਚ, ਜਿਸ ਕਰਕੇ ਨਾਨਕੇ ਜਿਹੜੇ ਸੀਗੇ ਉਹਨਾਂ ਦੇ ਮਨ ਦੇ ਵਿੱਚ ਖੋਟ ਆ ਗਈ, ਉਹ ਜ਼ਮੀਨ ਤੋਂ ਮੁੱਕਰ ਗਏ। ਜਦੋਂ ਇਹਨਾਂ ਦੀ ਪੈਸੇ ਦਿੱਤਿਆਂ ਦੀ ਖਰੀਦੀ ਜ਼ਮੀਨ ਤੋਂ ਮੁੱਕਰ ਗਏ, ਬਸ ਫਿਰ ਕੀ ਸੀ, ਇਹ 3 ਭਰਾ ਤਕੜੇ ਸੀ, ਇਹਨਾਂ ਨੇ ਡਾਂਗਾ ਕੱਢ ਲਈਆਂ। ਜਦ ਡਾਂਗ ਛੋਟੇ ਹੋਣ ਲੱਗੇ ਤੇ ਨਾਨਕੇ ਜਿਹੜੇ ਸੀਗੇ ਉਹ ਕੁੱਟ ਸਿੱਟੇ, ਤੇ ਇਹਨਾਂ ਨੇ ਜਿਹੜੀ ਜ਼ਮੀਨ ਸੀਗੀ ਆਪਣੀ, ਉਹ ਜ਼ਮੀਨ ਜਿਹੜੀ ਸੀ ਆਪਣੇ ਕਬਜ਼ੇ 'ਚ ਲੈ ਲਈ। ਕਬਜ਼ੇ ਲੈਣ ਤੋਂ ਬਾਅਦ ਤੇ ਜਿਹੜਾ ਪਾਖਰ ਸਿੰਘ ਸੀਗਾ ਇਹ ਤਾਂ ਜਿਹੜਾ ਸੀਗਾ ਇਹ ਦੁਬਾਰਾ ਫੌਜ ਛੁੱਟੀ ਆਇਆ ਸੀ, ਇਹ ਤਾਂ ਫਿਰ ਦੁਬਾਰਾ ਫੌਜ 'ਚ ਚਲੇ ਗਿਆ। ਉਹ ਤੋਂ ਬਾਅਦ ਫਿਰ ਜਿਹੜੇ ਦੋਨੇ ਭਰਾ ਸੀਗੇ ਇਹ ਸਾਰੇ ਜਿਹੜੇ ਸੀ ਫਿਰ ਬਾਕੀ ਖੇਤੀ ਵਿੱਚ ਰੁੱਝ ਗਏ। ਜਦ ਖੇਤੀ 'ਚ ਰੁੱਝ ਕੇ ਪਾਖਰ ਸਿੰਘ ਜਦ ਫੌਜ 'ਚ ਗਿਆ, ਸਬੱਬ ਐਸਾ ਬਣਿਆ ਉਹਨਾਂ ਟਾਈਮਾਂ ਦੇ ਵਿੱਚ ਜਿਹੜੀ ਵੱਡੀ ਵਰਲਡ ਵਾਰ ਜੰਗ ਲੱਗੀ ਸੀ ਉਹਨਾਂ ਟਾਈਮਾਂ ਦੇ ਵਿੱਚ, ਇਹ ਜੰਗ ਜਿਹੜੀ ਸੀ ਜਰਮਨ ਤੇ ਫਰਾਂਸ ਦੇ ਵਿੱਚ ਲੱਗੀ ਸੀ। ਇਹਦੇ ਵਿੱਚ ਪਾਖਰ ਸਿੰਘ ਨੇ ਬੜੀ ਬਹਾਦਰੀ ਦੇ ਜ਼ੋਰ ਦਿਖਾਲੇ ਸੀ। ਜੇ ਇਸ ਕਰਕੇ ਹੈ ਨਾ ਅੰਗਰੇਜ਼ ਸਰਕਾਰ ਨੇ ਪਾਖਰ ਸਿੰਘ ਨੂੰ ਬੜੇ ਤਗਮੇ ਤੇ ਇਨਾਮ ਦਿੱਤੇ ਉਹਨਾਂ ਟਾਈਮਾਂ ਦੇ ਵਿੱਚ। ਉਸ ਤੋਂ ਬਾਅਦ ਦੇਖੋ ਇਸ ਦੀ ਬਹਾਦਰੀ ਨੂੰ ਦੇਖ ਕੇ ਪਾਖਰ ਸਿੰਘ ਨੂੰ ਜਿਹੜੇ ਸੀ ਉਹਦਾ ਸੂਬੇਦਾਰੀ ਦਾ ਫੌਜ ਵਿੱਚ ਦੇ ਦਿੱਤਾ ਗਿਆ। ਉਸ ਤੋਂ ਬਾਅਦ ਫਿਰ ਭਾਈ ਕੁੰਡਾ ਸਿੰਘ ਤੇ ਸ਼ਾਮ ਸਿੰਘ ਇਹ ਖੇਤੀ ਦੇ ਪਿੱਛੇ ਜਿਹੜੇ ਸੀਗੇ ਇਹਨੀ ਮਿਹਨਤ ਕੀਤੀ, ਜਿੰਨੇ ਕੱਖ ਕਾਣ ਸੀ ਖੇਤਾਂ 'ਚ ਜਿਹੜੇ ਸੀ ਕੱਢ ਕੇ ਖੇਤ ਪੱਧਰੇ ਕਰਕੇ ਇਹਨਾਂ ਨੇ ਜੌਂ ਤੇ ਛੋਲੇ ਲਾਏ ਉਹਨਾਂ ਟਾਈਮਾਂ 'ਚ। ਜਦ ਜੌਂ ਛੋਲੇ ਲਾਏ, ਬਾਬਾ ਜੀ ਦੀ ਕਿਰਪਾ ਨਾਲ ਜਿਹੜੀ ਚੰਗੀ ਵਰਖਾ ਹੋਈ, ਜਿਸ ਕਰਕੇ ਜੌਂ ਛੋਲੇ ਬੜੇ ਸੋਹਣੇ ਹੋ ਗਏ। ਇਸ ਖੇਤੀ ਦੇ ਵਿੱਚੋਂ ਇਹਨਾਂ ਨੂੰ ਜਿਹੜੀ ਸੀ ਕਾਫੀ ਪੈਸੇ ਬਚ ਗਏ। ਜਦ ਪੈਸੇ ਬਚੇ ਤਾਂ ਇਹਨਾਂ ਨੇ ਜਿਹੜੀ ਸੀ ਉਹ ਜ਼ਮੀਨ ਥੋੜ੍ਹੀ ਉਹਨਾਂ ਪੈਸਿਆਂ ਦੀ ਖਰੀਦਣੀ ਸ਼ੁਰੂ ਕਰ ਦਿੱਤੀ। ਉਸ ਤੋਂ ਬਾਅਦ ਜਦ ਪਾਖਰ ਸਿੰਘ ਫੌਜ 'ਚੋਂ ਰਿਟਾਇਰ ਹੋਇਆ ਤੇ ਇਹਦਾ ਇੱਕ ਮਿੱਤਰ ਸੀਗਾ ਜਿਹਦਾ ਨਾਂ ਸੀਗਾ ਮੇਹਰਦੀਨ, ਇਹ ਮਿਸਤਰੀ ਸੀਗਾ। ਤੇ ਪਾਖਰ ਸਿੰਘ ਨੇ ਆਪਣੇ ਮਿੱਤਰ ਹੈ ਨਾ ਮੇਹਰਦੀਨ ਨਾਲ ਸਲਾਹ ਕਰਕੇ ਨਹਿਰ ਪੁੱਟਣ ਦਾ ਠੇਕਾ ਲੈ ਲਿਆ। ਇਸ ਤਰ੍ਹਾਂ ਜਦ ਨਹਿਰ ਪੁੱਟਦੇ ਅੱਗੇ ਗੱਲ ਗਏ ਤੇ ਐਸਾ ਸਬੱਬ ਬਣਿਆ, ਮਹਾਂਪੁਰਖਾਂ ਦਾ ਬਚਨ ਸੱਤ ਹੋਇਆ ਕਿ ਇਹਨਾਂ ਨੂੰ ਹੈ ਨਾ ਇੱਕ ਚਾਂਦੀ ਦੇ ਰੁਪਈਆਂ ਦਾ ਖਜ਼ਾਨਾ ਮਿਲਿਆ। ਜਦ ਚਾਂਦੀ ਦੇ ਰੁਪਈਆਂ ਦਾ ਖਜ਼ਾਨਾ ਮਿਲਿਆ, ਪਾਖਰ ਸਿੰਘ ਨੇ ਇਹ ਕੀਤਾ, ਮੌਕਾ ਦੇਖ ਕੇ ਉਹ ਜਿਹੜੇ ਚਾਂਦੀ ਦੇ ਰੁਪਈਏ ਸੀ ਉਹ ਖਚਰਾਂ 'ਚ ਲੱਦ ਲਏ ਤੇ ਬੋਰੀਆਂ ਭਰ ਲਈਆਂ। ਬੋਰੀਆਂ ਭਰ ਕੇ ਜਿਹੜੇ ਜੌਂ ਤੇ ਛੋਲੇ ਸੀ ਉਹ ਜਿਹੜੇ ਸੀਗੇ ਪੈਸੇ ਬੋਰੀਆਂ ਰੱਖ ਕੇ ਆਲੇ ਦੁਆਲੇ ਜੌਂ ਤੇ ਛੋਲੇ ਦੀਆਂ ਜਿਹੜੀਆਂ ਬੋਰੀਆਂ ਸੀਗੀਆਂ ਉਹ ਲਾਤੀਆਂ। ਜਦ ਇਸ ਤਰ੍ਹਾਂ ਪੈਸੇ ਪੂਰੀ ਤਰ੍ਹਾਂ ਢੱਕ ਲਏ, ਉਸ ਤੋਂ ਬਾਅਦ ਫਿਰ ਪਾਖਰ ਸਿੰਘ ਹੈ ਨਾ ਸਿੱਧਾ ਮਹਾਂਪੁਰਖਾਂ ਦੇ ਪਾਸ ਆਇਆ। ਜਦ ਪਾਸ ਆਇਆ, ਜਿਉਂ ਜਾ ਕੇ ਮੱਥਾ ਟੇਕਿਆ ਤਾਂ ਬਾਬਾ ਜੀ ਹੱਸ ਕੇ ਪਾਖਰ ਸਿੰਘ ਨੂੰ ਕਹਿਣ ਲੱਗੇ, ਕਹਿੰਦੇ ਕਿਉਂ ਬਈ ਭਾਰਿਆਂ ਰੁਪਈਆਂ ਦੀਆਂ ਬੋਰੀਆਂ। ਜਦ ਮਹਾਂਪੁਰਖਾਂ ਨੇ ਇਸ ਤਰ੍ਹਾਂ ਵਜਨ ਕੀਤਾ ਤੇ ਫਿਰ ਪਾਖਰ ਸਿੰਘ ਨੇ ਬੇਨਤੀ ਕੀਤੀ, ਕਹਿੰਦੇ ਮਹਾਂਪੁਰਖੋ ਤੁਸੀਂ ਕਿਰਪਾ ਸਾਡੇ 'ਤੇ ਬਹੁਤ ਕੀਤੀ, ਪਰ ਸਾਨੂੰ ਇਹ ਜਿਹੜਾ ਗੁਪਤ ਖਜ਼ਾਨਾ ਸੀਗਾ ਤੁਸੀਂ ਸਾਨੂੰ ਬਖਸ਼ ਦਿੱਤਾ। ਹੁਣ ਸਾਡੀ ਇਹ ਗੱਲ ਹੈ ਕਿ ਅਸੀਂ ਹੁਣ ਇਹਦੀ ਕੀ ਕਰੀਏ, ਇਹਦੀ ਜ਼ਮੀਨ ਹੀ ਖਰੀਦਣੀ ਆ। ਮਨ ਵਿੱਚ ਸਾਡੀ ਇਹ ਸਲਾਹ ਹੈਗੀ ਹੈ, ਤੁਸੀਂ ਸਾਨੂੰ ਰਾਏ ਦੱਸੋ ਵੀ ਅਸੀਂ ਹੁਣ ਇਹਦੀ ਜ਼ਮੀਨ ਕਿੱਥੇ ਖਰੀਦੀਏ। ਜਦ ਇੰਨੀ ਗੱਲ ਹੋਈ ਤੇ ਬਾਬਾ ਜੀ ਨੇ 4 ਜਿਹੜੇ ਲੱਡੂ ਸੀ ਪਾਖਰ ਸਿੰਘ ਨੂੰ ਦੇ ਦਿੱਤੇ। ਉਹਦੇ ਵਿੱਚ ਬਾਬਾ ਜੀ ਨੇ ਕਿਹਾ, ਕਹਿੰਦੇ ਵੀ ਇਸ ਤਰ੍ਹਾਂ ਕਰੋ, 2 ਲੱਡੂ ਇੱਕ ਹੱਥ 'ਚ ਰੱਖ ਲਿਓ ਤੇ 2 ਲੱਡੂ ਇੱਕ ਹੱਥ ਦੇ ਦੂਸਰੇ ਦੇ ਵਿੱਚ ਰੱਖ ਲਿਓ। ਤੇ ਉਸ ਤੋਂ ਬਾਅਦ ਫਿਰ ਮਹਾਂਪੁਰਖਾਂ ਦਾ ਇਹ ਸੀਗਾ, ਕਿਉਂਕਿ ਜਿਹੜੇ 2 ਲੱਡੂ ਸੀ ਸੱਜੇ ਹੱਥ 'ਚ ਰੱਖੇ, ਉਹਦਾ ਜਿਹੜਾ ਭਾਵ ਇਹ ਸੀ ਮਹਾਂਪੁਰਖਾਂ ਦਾ ਵੀ ਉਹ ਜਿਹੜੀ ਜ਼ਮੀਨ ਪਾਕਿਸਤਾਨ ਤੇ ਭਾਰਤ ਦੀ ਵੰਡ ਤੋਂ ਬਾਅਦ ਰਹਿ ਜਾਣੀ ਆ, ਉਹਦਾ ਸੱਜਾ ਪਾਸਾ ਭਾਰੀ ਜ਼ਮੀਨ ਖਰੀਦਿਓ, ਤੇ ਜਿਹੜੀ ਖੱਬੀ ਜ਼ਮੀਨ ਜਿਹੜੀ ਪਾਕਿਸਤਾਨ ਚਲੀ ਜਾਣੀ ਆ
ਉਹ ਥੋੜ੍ਹੀ ਜਿਹੜੀ ਜ਼ਮੀਨ ਸੀ ਉਹ ਘੱਟ ਖਰੀਦ ਲਿਓ। ਜਦ ਮਹਾਂਪੁਰਖਾਂ ਨੇ ਇਸ ਤਰ੍ਹਾਂ ਕੀਤੀ, ਇਹਨਾਂ ਨੇ ਇਸ ਤਰ੍ਹਾਂ ਜਿਹੜੀ ਜ਼ਮੀਨ ਸੀ 108 ਮਰਬੇ ਖਰੀਦੀ ਉਹਨਾਂ ਟਾਈਮਾਂ ਵਿੱਚ। ਫਿਰ ਉਸ ਤੋਂ ਬਾਅਦ ਇਹਨਾਂ ਨੇ 100 ਜਿਹੜੀ ਜ਼ਮੀਨ ਸੀਗੀ ਉਹਨਾਂ ਟਾਈਮਾਂ ਦੇ ਵਿੱਚ 100 ਮਰਬੇ ਜ਼ਮੀਨ ਤਬੜੇ ਪਿੰਡ ਖਰੀਦੀ। ਇਸ ਤਰ੍ਹਾਂ ਜਿਹੜੀ ਸੀ ਬਾਕੀ ਸੀ ਫਤਿਹ ਪਿੰਡ ਖਰੀਦੀ, ਅਤੇ ਕਰਦੇ ਕਰਦੇ ਤਕਰੀਬਨ 300 ਕਿੱਲਾ ਜ਼ਮੀਨ ਉਹਨਾਂ ਟਾਈਮਾਂ ਦੇ ਵਿੱਚ ਇਸ ਪਰਿਵਾਰ ਨੇ ਬਣਾਈ ਸੀਗੀ। ਅਤੇ ਜਦੋਂ ਪਾਕਿਸਤਾਨ ਬਣਿਆ ਤਾਂ ਉਹਦੇ ਵਿੱਚੋਂ 50 ਮਰਬੇ ਜਿਹੜੇ ਸੀ ਪਾਕਿਸਤਾਨ ਰਹਿ ਗਏ ਸੀਗੇ। ਇਸੇ ਤਰ੍ਹਾਂ ਸੰਤ ਰਤਨ ਸਿੰਘ ਜੀ, ਜਿਨ੍ਹਾਂ ਦੀ ਰਿਸ਼ਤੇਦਾਰੀ ਜਿਹੜੀ ਸੀ ਕਾਲੂ ਸਿੰਘ ਮਿਸਤਰੀ ਦੇ ਨਾਲ ਸੀ, ਅਤੇ ਇਹ ਜਿਹੜੇ ਕਾਲੂ ਸਿੰਘ ਮਿਸਤਰੀ ਸੀ ਇਹ ਤਲਵੰਡੀ ਸਾਬੋ ਦੇ ਸੀਗੇ। ਅਤੇ ਰਤਨ ਸਿੰਘ ਜੀ ਜਿਹੜੇ ਸੀ ਇਹ ਬਾਬਾ ਨੰਦ ਸਿੰਘ ਜੀ ਦੇ ਚਾਚੇ ਦੇ ਪੁੱਤਰ ਹਰਨਾਮ ਸਿੰਘ ਹੋਣਾ ਦੇ ਸਪੁੱਤਰ ਸੀਗੇ। ਜਦੋਂ ਇਹਨਾਂ ਨੇ ਬੰਦਗੀ ਜਿਹੜੀ ਸੀ ਕਰਨੀ ਚਾਹੀ, ਅਤੇ ਇਹਨਾਂ ਨੇ ਮਹਾਂਪੁਰਖਾਂ ਤੋਂ ਇਜਾਜ਼ਤ ਮੰਗੀ ਸੀ। ਫਿਰ ਬਾਬਾ ਜੀ ਨੇ ਆਖਿਆ ਸੀ ਸੰਤ ਰਤਨ ਸਿੰਘ ਹੋਣਾ ਨੂੰ, ਕਹਿੰਦੇ ਵੀ ਤੁਸੀਂ ਇਸ ਤਰ੍ਹਾਂ ਕਰਿਓ, ਪਾਖਰ ਸਿੰਘ ਵਾਲੀ ਜਿਹੜੀ ਜ਼ਮੀਨ ਹੈਗੀ ਆ ਢਾਣੀ ਵਾਲੀ, ਉੱਥੇ ਪੂਰਾ ਪੱਟਣਾ ਹੈਗਾ ਅਤੇ ਉੱਥੇ ਬੰਦਗੀ ਕਰਨੀ ਆ। ਫਿਰ ਸੰਤ ਰਤਨ ਸਿੰਘ ਹੋਣਾ ਨੇ ਉੱਥੇ ਬੰਦਗੀ ਕੀਤੀ ਸੀ, ਅਤੇ ਪਾਖਰ ਸਿੰਘ ਦੀ 7ਵੀਂ ਪੀੜ੍ਹੀ ਦਾ ਜਨਮ ਵੀ ਜਿਹੜਾ ਸੀਗਾ ਇਸੇ ਢਾਣੀ ਦੇ ਵਿੱਚ ਹੋਇਆ ਸੀਗਾ। ਇਸ ਤੋਂ ਬਾਅਦ ਪਾਖਰ ਸਿੰਘ ਨੇ ਜ਼ਮੀਨ ਗੰਗਾ ਨਗਰ ਜ਼ਿਲ੍ਹੇ ਤੋਂ 30 ਕਿਲੋਮੀਟਰ ਫਾਸਲੇ 'ਤੇ ਖਰੀਦੀ, ਅਤੇ ਉਸ ਟਾਈਮ ਦੇ ਵਿੱਚ ਸਰਦਾਰ ਪਾਖਰ ਸਿੰਘ ਹੋਣਾ ਨੇ ਉਹਨਾਂ ਟਾਈਮਾਂ ਵਿੱਚ ਇੱਕ ਖੂਹ ਲਾ ਲਿਆ। ਜਦ ਖੂਹ ਲਾਇਆ, ਕਿਉਂਕਿ ਉਹਨਾਂ ਟਾਈਮਾਂ ਦੇ ਵਿੱਚ ਇੱਕ ਬੀਕਾਨੇਰ ਦਾ ਜਿਹੜਾ ਰਾਜਾ ਜਿਹਦਾ ਨਾਂ ਸੀਗਾ ਗੰਗਾ ਸਿੰਘ, ਇਹ ਜਿਹੜਾ ਸੀਗਾ ਇਹਦੀ ਰਿਆਸਤ ਦੇ ਵਿੱਚ ਜ਼ਮੀਨ ਆਉਂਦੀ ਸੀ ਪਾਖਰ ਸਿੰਘ ਹੋਣਾ ਦੀ। ਸੋ ਉਸ ਰਾਜੇ ਦਾ ਜਿਹੜਾ ਸੀਗਾ ਇਹ ਕਾਨੂੰਨ ਸੀਗਾ ਕਿ ਕੋਈ ਵੀ ਆਦਮੀ ਮੇਰੀ ਆਗਿਆ ਤੋਂ ਬਿਨਾਂ ਖੂਹ ਨਹੀਂ ਲਾ ਸਕਦਾ। ਪਰ ਪਾਖਰ ਸਿੰਘ ਨੇ ਮਹਾਂਪੁਰਖਾਂ ਦਾ ਨਾਂ ਲੈ ਕੇ ਅਰਦਾਸ ਕਰਕੇ ਉੱਥੇ ਖੂਹ ਪੱਟ ਲਿਆ। ਜਦ ਖੂਹ ਲਾਇਆ ਤਾਂ ਇਹਦੀ ਭਿਣਕ ਜਿਹੜੀ ਆਲੇ ਦੁਆਲੇ ਦੇ ਮੁਸਲਮਾਨਾਂ ਨੂੰ ਲੱਗੀ ਸੀਗੀ, ਉਹਨਾਂ ਨੇ ਕੀ ਕੀਤਾ ਪਾਖਰ ਸਿੰਘ ਦੀ ਸ਼ਿਕਾਇਤ ਗੰਗਾ ਸਿੰਘ ਰਾਜੇ ਦੇ ਕੋਲ ਕਰ ਦਿੱਤੀ ਕਿ ਇਹਨੇ ਆਪਣੀ ਮਰਜ਼ੀ ਨਾਲ ਖੂਹ ਲਾਇਆ ਅਤੇ ਇਸ ਕਰਕੇ ਇਹ ਰਾਜ ਦਾ ਬਾਗੀ ਆ, ਇਹਨੇ ਬਗਾਵਤ ਕੀਤੀ ਆ। ਜਦ ਇੰਨੀ ਗੱਲ ਹੋਈ ਆ, ਅਤੇ ਫਿਰ ਬੀਕਾਨੇਰ ਦਾ ਰਾਜਾ ਉਹਨਾਂ ਟਾਈਮਾਂ 'ਚ ਗੰਗਾ ਸਿੰਘ ਸੀ, ਉਹਨੇ ਪਾਖਰ ਸਿੰਘ ਨੂੰ ਸਾਹਮਣੇ ਭੇਜ ਦਿੱਤੇ ਵੀ ਤੂੰ ਇਸ ਤਰੀਕ ਨੂੰ ਮੇਰੇ ਮੂਹਰੇ ਹਾਜ਼ਰ ਹੋ। ਦੇਖੋ ਜਦ ਪਾਖਰ ਸਿੰਘ ਜਾ ਕੇ ਹਾਜ਼ਰ ਹੋਣ ਲੱਗਾ, ਅਤੇ ਉਸ ਟਾਈਮ ਫਿਰ ਪਾਖਰ ਸਿੰਘ ਨੇ ਆਪਣੀ ਜਿਹੜੀ ਪੁਰਾਣੀ ਫੌਜ ਦੀ ਵਰਦੀ ਸੀਗੀ ਉਹ ਪਾ ਲਈ, ਜਿੰਨੇ ਵੀ ਜਿਹੜੇ ਤਗਮੇ ਲੱਗੇ ਸੀਗੇ ਤਗਮੇ ਲਾਏ, ਅਤੇ ਜਾ ਕੇ ਸਿੱਧਾ ਹੀ ਰਾਜਾ ਗੰਗਾ ਸਿੰਘ ਨੂੰ ਸਲੂਟ ਮਾਰਿਆ। ਜਦ ਸਲੂਟ ਮਾਰਿਆ ਤਾਂ ਗੰਗਾ ਸਿੰਘ ਇਸ ਦਾ ਸਲੂਟ ਦੇਖ ਕੇ ਪਾਖਰ ਸਿੰਘ ਤੋਂ ਇੰਨਾ ਪ੍ਰਭਾਵਿਤ ਹੋਇਆ, ਕਿਉਂਕਿ ਉੱਚੇ ਲੰਮੇ ਜਵਾਨ ਸੀਗੇ, ਅਤੇ ਉਹਨੇ ਫਿਰ ਪੁੱਛਿਆ ਵੀ ਤੁਹਾਡੀ ਜਿਹੜੀ ਆ ਖਾਨਦਾਨੀ ਉਹ ਕਿਸ ਨਾਲ ਸੰਬੰਧ ਰੱਖਦੀ ਆ। ਅਤੇ ਫਿਰ ਪਾਖਰ ਸਿੰਘ ਨੇ ਕਿਹਾ ਕਿ ਅਸੀਂ ਮਹਾਰਾਜਾ ਪਟਿਆਲੇ ਦੇ ਖਾਨਦਾਨ ਵਿੱਚੋਂ ਆ। ਜਦ ਇੰਨੀ ਗੱਲ ਹੋਈ ਤਾਂ ਫਿਰ ਦੇਖੋ ਗੰਗਾ ਸਿੰਘ ਨੇ ਪਾਖਰ ਸਿੰਘ ਦੇ ਅੱਗੇ ਕੁਰਸੀ 'ਤੇ ਬੈਠਣ ਵਾਸਤੇ ਇਸ਼ਾਰਾ ਕਰ ਦਿੱਤਾ। ਜਦ ਪਾਖਰ ਸਿੰਘ ਨੂੰ ਕੁਰਸੀ ਦਿੱਤੀ ਤਾਂ ਪਾਖਰ ਸਿੰਘ ਕੁਰਸੀ 'ਤੇ ਬਹਿ ਗਿਆ। ਫਿਰ ਰਾਜੇ ਗੰਗਾ ਸਿੰਘ ਨੇ ਪਾਖਰ ਸਿੰਘ ਨੂੰ ਇਹ ਪੁੱਛਿਆ ਸੀਗਾ, ਕਹਿੰਦੇ ਵੀ ਤੇਰੀਆਂ ਜਿਹੜੀਆਂ ਸ਼ਿਕਾਇਤਾਂ ਸਾਨੂੰ ਆਈਆਂ ਵੀ ਤੂੰ ਆਪਣੀ ਮਰਜ਼ੀ ਨਾਲ ਖੂਹ ਪੱਟਿਆ ਹੈਗਾ, ਦੱਸ ਤੂੰ ਇਹ ਜਿਹੜਾ ਹੈਗਾ ਇਹ ਕੰਮ ਕਿਉਂ ਕੀਤਾ? ਜਦ ਕਿ ਇੱਕ ਰਾਜ ਦਾ ਕਾਨੂੰਨ ਜਿਹੜਾ ਹੈਗਾ ਉਹ ਪਹਿਲਾਂ ਇਜਾਜ਼ਤ ਲੈਣੀ ਪੈਂਦੀ, ਫੇਰ ਕੋਈ ਆਦਮੀ ਖੂਹ ਲਾ ਸਕਦਾ ਹੈਗਾ। ਫਿਰ ਭਾਈ ਪਾਖਰ ਸਿੰਘ ਹੋਣਾ ਨੇ ਗੰਗਾ ਸਿੰਘ ਰਾਜੇ ਨੂੰ ਇਹ ਦੱਸਿਆ ਸੀਗਾ, ਕਹਿੰਦੇ ਵੀ ਇਹ ਜਿਹੜਾ ਮੈਂ ਖੂਹ ਆ ਇਹ ਆਪਣੀ ਖੇਤੀ ਵਾਸਤੇ ਨਹੀਂ ਲਾਇਆ, ਇਹ ਖੂਹ ਜਿਹੜਾ ਹੈਗਾ ਇਹ ਆਉਂਦੇ ਜਾਂਦੇ ਰਾਹੀਆਂ ਵਾਸਤੇ ਲਾਇਆ, ਵੀ ਕੋਈ ਵੀ ਆਵੇ ਇੱਥੇ ਪਾਣੀ ਪੀ ਸਕਦਾ ਹੈਗਾ, ਨਹਾ ਸਕਦਾ, ਕੱਪੜੇ ਧੋ ਸਕਦਾ, ਘਰ ਪਾਣੀ ਲਿਜਾ ਸਕਦਾ। ਇਸ ਕਰਕੇ ਇਹ ਸੇਵਾ ਦੀ ਭਲਾਈ ਦਾ ਕੰਮ ਹੈਗਾ, ਅਤੇ ਇਹਦੇ ਵਾਸਤੇ ਮੈਂ ਲੱਜ ਅਤੇ ਜਿਹੜੀ ਬਾਲਟੀ ਪਾਣੀ ਕੱਢਣ ਵਾਲੀ ਹੈਗੀ ਹੈ ਡੋਲਣੀ ਉੱਥੇ ਰੱਖੀ ਆ। ਜਦ ਪਾਖਰ ਸਿੰਘ ਨੇ ਆਪਣਾ ਜਿਹੜਾ ਸੀਗਾ ਸਾਰਾ ਸਫਾਈ ਰਾਜਾ ਗੰਗਾ ਸਿੰਘ ਨੂੰ ਦਿੱਤੀ, ਅਤੇ ਗੰਗਾ ਸਿੰਘ ਨੇ ਕਿਹਾ ਵੀ ਠੀਕ ਆ, ਅਗਰ ਤੂੰ ਇਸ ਤਰ੍ਹਾਂ ਕਹਿੰਦਾ ਹੈਗਾ ਤਾਂ ਮੈਂ ਇਹਦੀ ਪੜਤਾਲ ਕਰੂੰਗਾ। ਉਸ ਟਾਈਮ ਇੱਕ ਅੰਗਰੇਜ਼ ਜਿਹੜਾ DC ਦੇ ਅਹੁਦੇ ਦੇ ਉੱਤੇ ਲੱਗਾ ਸੀਗਾ, ਅਤੇ ਰਾਜਾ ਗੰਗਾ ਸਿੰਘ ਨੇ ਉਹਨੂੰ ਕਿਹਾ ਵੀ ਜਾ ਕੇ ਤੂੰ ਪੜਤਾਲ ਕਰ। ਜਦ ਉਸ ਅੰਗਰੇਜ਼ DC ਨੇ ਪਾਖਰ ਸਿੰਘ ਦੇ ਖੂਹ ਦੀ ਪੜਤਾਲ ਕੀਤੀ ਤਾਂ ਉਹਨੇ ਦੇਖਿਆ ਕਿ ਵਾਕਿਆ ਜਿੰਨੇ ਵੀ ਰਾਹੀ ਆਉਂਦੇ ਉੱਥੇ ਇਸ਼ਨਾਨ ਕਰਦੇ ਆ, ਕੁਛ ਲੰਮੇ ਪਏ ਆ ਆਰਾਮ ਕਰ ਰਹੇ ਆ, ਕੁਛ ਘਰਾਂ ਨੂੰ ਪਾਣੀ ਬੀਬੀਆਂ ਢੋ ਰਹੀਆਂ, ਇਹ ਸਾਰਾ ਕੁਝ ਜਿਹੜਾ ਚੱਲ ਰਿਹਾ ਹੈਗਾ। ਫਿਰ ਉਹ ਜਿਹੜਾ DC ਗੋਰਾ ਸੀਗਾ ਉਹ ਬੜਾ ਖੁਸ਼ ਹੋਇਆ ਪਾਖਰ ਸਿੰਘ 'ਤੇ, ਅਤੇ ਉਹਨੇ ਉਹਨਾਂ ਟਾਈਮਾਂ ਦੇ ਵਿੱਚ ਖੂਹ ਦੇ ਨਾਲ ਜਿਹੜੀ 4 ਮਰਬੇ ਜ਼ਮੀਨ ਲੱਗਦੀ ਸੀਗੀ ਨਾਲ ਉਹ ਸਾਰੀ ਪਾਖਰ ਸਿੰਘ ਨੂੰ ਦੇ ਦਿੱਤੀ, ਅਤੇ ਇਸ ਤਰ੍ਹਾਂ 100 ਏਕੜ ਜ਼ਮੀਨ ਜਿਹੜੀ ਸੀ ਹੋਰ ਵੀ ਜਿਹੜੀ ਸੀ ਅਲਾਟ ਕਰ ਦਿੱਤੀ। ਕਰਦੇ ਜਿਹੜੀ ਸੀ ਇਸ ਤਰ੍ਹਾਂ ਪਾਖਰ ਸਿੰਘ ਹੁਣਾਂ ਨੇ ਕਾਫੀ ਜ਼ਮੀਨ ਬਣਾਈ ਉਹਨਾਂ ਟਾਈਮਾਂ 'ਚ। ਅਤੇ ਪਾਖਰ ਸਿੰਘ ਦੇ 6 ਲੜਕੇ ਹੋਏ। ਜਿਹੜਾ ਲੜਕਾ ਪ੍ਰਤਾਪ ਸਿੰਘ ਸੀਗਾ ਇਹ ਲੰਬੜਦਾਰ ਬਣਿਆ, ਮਹਾਂਪੁਰਖਾਂ ਦਾ ਵਚਨ ਸੱਤ ਹੋਇਆ। ਗੁਰਨਾਮ ਸਿੰਘ ਜਿਹੜਾ ਸੀ ਕਾਫੀ ਪੜ੍ਹਿਆ ਲਿਖਿਆ ਸੀਗਾ, ਇਹ ਤਹਿਸੀਲਦਾਰ ਬਣ ਗਿਆ। ਉਸ ਤੋਂ ਬਾਅਦ ਜਦ ਗੁਰਨਾਮ ਸਿੰਘ ਤਹਿਸੀਲਦਾਰੀ ਤੋਂ ਰਿਟਾਇਰ ਹੋਇਆ ਫਿਰ ਇਹ 18 ਸਾਲ ਜਿਹੜਾ ਸੀਗਾ ਆਪਣੇ ਇਲਾਕੇ ਦਾ ਸਰਪੰਚ ਰਿਹਾ ਸੀਗਾ। ਇਸ ਤਰ੍ਹਾਂ ਜਿਹੜਾ ਭਰਾ ਕੰਡਾ ਸਿੰਘ ਵੱਡਾ ਸੀਗਾ ਉਹਦੇ 2 ਪੁੱਤਰ ਹੋਏ। ਇਹਨਾਂ ਨੇ ਵੀ ਪਿੰਡ ਖਾਣਾ ਗੰਗਾ ਨਗਰ ਦੇ ਵਿੱਚ ਕਾਫੀ ਜ਼ਮੀਨ ਬਣਾਈ ਆ। ਇਸ ਤਰ੍ਹਾਂ ਜਿਹੜਾ ਭਾਈ ਸ਼ਾਮ ਸਿੰਘ ਸੀ ਉਹਦੇ 4 ਪੁੱਤਰ ਹੋਏ। ਇਹਨਾਂ ਨੇ ਪਿੰਡ
ਭੜੋਲਿਆਂ ਦੇ ਵਿੱਚ ਹੈ ਨਾ ਕਾਫੀ ਜ਼ਮੀਨ ਬਣਾਈ ਆ। ਗੱਲ ਕੀ ਆ, 6 ਪਿੰਡਾਂ ਦੀ ਜ਼ਮੀਨ ਜਿਹੜੀ ਸੀ ਉਹ ਸਾਰੀ ਜ਼ਮੀਨ ਤਕਰੀਬਨ ਜਿਹਦਾ ਕੁਛ ਜਿਹੜਾ ਰਕਬਾ ਸੀਗਾ ਉਹ 2300 ਕਿੱਲਾ ਜ਼ਮੀਨ ਬਣਦੀ ਸੀ। ਇਹ ਸਾਰੀ ਪਰਿਵਾਰ ਨੇ ਖਰੀਦੀ ਆ। ਦੇਖੋ ਇਸ ਪਰਿਵਾਰ ਨੇ ਕੰਡਾ ਸਿੰਘ ਦਾ ਕਛਹਿਰਾ ਜਿਹੜਾ ਸੀ ਸੰਭਾਲ ਕੇ ਰੱਖਿਆ ਹੈਗਾ। ਉਹ ਕਛਹਿਰਾ ਐਡਾ ਵੱਡਾ ਜਿਸ ਤੋਂ ਪਤਾ ਲੱਗਦਾ ਕਿ ਜਿਹੜਾ ਕੰਡਾ ਸਿੰਘ ਸੀਗਾ ਇਹ ਬੜਾ ਜਵਾਨ ਸੀਗਾ ਅਤੇ ਇਸ ਕਛਹਿਰੇ ਦੇ ਇੱਕ ਪਾਸਿਓਂ ਹੈ ਨਾ ਜਿਹੜਾ ਆਮ ਕੋਈ ਆਦਮੀ ਹੈਗਾ ਇੱਕ ਪਹੁੰਚ ਵਿੱਚੋਂ ਦੀ ਲੰਘ ਜਾਂਦਾ ਹੈਗਾ ਕਛਹਿਰੇ ਦੇ। ਇਸ ਤਰ੍ਹਾਂ ਇਹਨਾਂ ਦੇ ਹੀ ਸਕਿਆਂ ਦੇ ਵਿੱਚੋਂ ਲੀਕਰ ਸਿੰਘ ਲੰਬੜਦਾਰ ਹੋਏ ਆ। ਅਤੇ ਇੱਕ ਵਾਰ ਹੈ ਨਾ ਸਰਦਾਰ ਲੀਕਰ ਸਿੰਘ ਲੰਬੜਦਾਰ ਦੇ ਕੋਲ 4 ਸਾਧੂ ਆਏ। ਜਦ 4 ਸਾਧੂ ਹੋਏ ਤਾਂ ਲੀਕਰ ਸਿੰਘ ਲੰਬੜਦਾਰ ਨੇ 4 ਸਾਧੂਆਂ ਦਾ ਜਿਹੜਾ ਸੀਗਾ ਉਹ ਕਾਫੀ ਸੇਵਾ ਕੀਤੀ, ਉਹਨਾਂ ਦਾ ਮਾਣ ਸਨਮਾਨ ਕੀਤਾ। ਉਹ ਰਾਤ 4 ਸਾਧੂ ਹੈ ਨਾ ਲੀਕਰ ਸਿੰਘ ਲੰਬੜਦਾਰ ਦੇ ਕੋਲ ਰੁਕੇ ਆ। ਉਸ ਤੋਂ ਬਾਅਦ 4 ਸਾਧੂਆਂ ਨੇ ਹੈ ਨਾ ਇਹਨਾਂ ਦੇ ਪਰਿਵਾਰ ਨੂੰ ਪੁੱਛਿਆ ਵੀ ਤੁਹਾਡੇ ਉੱਤੇ ਇੰਨੀ ਕਿਰਪਾ ਹੋਈ ਮਾਲਕ ਦੀ, ਤੁਸੀਂ ਇੰਨੀ ਜ਼ਮੀਨ ਜਾਇਦਾਦ ਜਗੀਰਦਾਰ ਬਣੇ, ਵੱਡੀਆਂ ਜ਼ਮੀਨਾਂ ਦੇ ਮਾਲਕ ਬਣੇ, ਇਹ ਕਿਹਦੀ ਕਿਰਪਾ ਹੈਗੀ ਆ? ਅਤੇ ਲੀਕਰ ਸਿੰਘ ਨੇ ਕਹਿਤਾ ਕਿ ਇਹ ਤਾਂ ਜਿਹੜੀ ਸਾਰੀ ਕਿਰਪਾ ਸਾਡੇ ਪਰਿਵਾਰ 'ਤੇ ਹੈ, ਇਹ ਸੰਤ ਮਹਾਂਪੁਰਖ ਬਾਬਾ ਮਹਾਹਰਨਾਮ ਸਿੰਘ ਹੋਣਾ। ਜਦੋਂ ਸਰਦਾਰ ਲੀਕਰ ਸਿੰਘ ਨੇ ਹੈ ਨਾ ਮਹਾਂਪੁਰਖਾਂ ਦਾ ਨਾਂ ਲਿਆ, ਉਹ ਫਿਰ 4 ਸਾਧੂ ਲੀਕਰ ਸਿੰਘ ਨੂੰ ਕਹਿਣ ਲੱਗੇ ਵੀ ਅਸੀਂ ਹੈ ਨਾ ਉਹਨਾਂ ਮਹਾਂਪੁਰਖਾਂ ਦੇ ਦਰਸ਼ਨ ਕਰਨੇ, ਉਹਨਾਂ ਨੂੰ ਬਚਨ ਬਲਸ ਕਰਨੇ ਆ। ਜਦ ਇੰਨੀ ਗੱਲ ਤਾਂ ਲੀਕਰ ਸਿੰਘ ਕਹਿਣ ਲੱਗਾ ਫਿਰ ਕਿਹੜੀ ਗੱਲ ਆ, ਤੁਸੀਂ ਸਵੇਰੇ ਮੇਰੇ ਨਾਲ ਚਲੋ ਅਸੀਂ ਤੁਹਾਨੂੰ ਮਹਾਂਪੁਰਖ ਬਾਬਾ ਮਹਾਰਨਾਮ ਸਿੰਘ ਦੇ ਦਰਸ਼ਨ ਕਰਾਉਂਦੇ ਹਾਂ। ਦੇਖੋ ਲੀਕਰ ਸਿੰਘ ਲੰਬੜਦਾਰ 4 ਸਾਧੂ ਨੂੰ ਲੈ ਕੇ ਨਾ ਮਹਾਂਪੁਰਖਾਂ ਦੇ ਕੋਲ ਪਹੁੰਚ ਗਿਆ। ਉਸ ਤੋਂ ਬਾਅਦ 4 ਸਾਧੂ ਜਿਹੜੇ ਸੀਗੇ ਇਹ ਬਾਹਰ ਬਿਠਾਤੇ ਅਤੇ ਆਪ ਲੀਕਰ ਸਿੰਘ ਜਿਹੜੇ ਸੀ ਉਹ ਮਹਾਂਪੁਰਖਾਂ ਤੋਂ ਇਜਾਜ਼ਤ ਲੈਣ ਵਾਸਤੇ ਅੰਦਰ ਚਲੇ ਗਏ। ਜਦ ਗਏ ਤਾਂ ਲੀਕਰ ਸਿੰਘ ਲੰਬੜਦਾਰ ਨੇ ਬਾਬਾ ਮਹਾਰਨਾਮ ਸੁਣ ਕਿਹਾ ਵੀ 4 ਸਾਧੂ ਮੇਰੇ ਕੋਲ ਆਏ ਆ, ਤੂੰ ਆਪ ਜੀ ਦੇ ਦਰਸ਼ਨ ਕਰਨਾ ਚਾਹੁੰਦੇ ਆ, ਦੱਸੋ ਕੀ ਹੁਕਮ ਹੈ? ਅਤੇ ਬਾਬਾ ਜੀ ਕਹਿਣ ਲੱਗੇ, ਕਹਿੰਦੇ ਭਾਈ ਵੀ ਹੁਣ ਅਸੀਂ ਉਹਨਾਂ ਨੂੰ ਦਰਸ਼ਨ ਨਹੀਂ ਦੇਣੇ, ਉਹਨਾਂ ਨੂੰ ਕਹੋ ਤੁਸੀਂ ਇਸ ਤਰ੍ਹਾਂ ਕਰੋ, ਇਸ ਭੁੱਚੋ ਪਿੰਡ ਦੇ ਹੈ ਨਾ 4 ਦਿਸ਼ਾਵਾਂ ਦੇ ਵਿੱਚ ਇੱਕ ਸਾਧੂ ਬੈਠ ਜਾਓ ਅਤੇ ਬੈਠ ਕੇ ਨਾ ਰਾਤ ਜਦ ਜਿਹੜਾ ਤਾਰਾ ਚੜ੍ਹੂਗਾ ਉਸ ਟਾਈਮ ਸਾਰੇ ਨਿਤਨੇਮ 'ਚ ਜੁੜਿਓ, ਫਿਰ ਅਸੀਂ ਇਹਨਾਂ ਨੂੰ ਆਪੇ ਮਿਲਾਂਗੇ, ਆਪੇ ਦਰਸ਼ਨ ਦੇਵਾਂਗੇ। ਜਦ ਇੰਨੀ ਗੱਲ ਹੋਈ ਤਾਂ ਫਿਰ ਲੀਕਰ ਸਿੰਘ ਲੰਬੜਦਾਰ 4 ਸਾਧੂ ਨੂੰ ਹੁਕਮ ਸੁਣਾਤਾ ਬਾਬਾ ਜੀ ਦਾ ਵੀ ਬਾਬਾ ਜੀ ਨੇ ਹੁਣ ਤੁਹਾਨੂੰ ਦਰਸ਼ਨ ਨਹੀਂ ਦੇਣੇ, ਪਰ ਜਦ ਰਾਤ ਹੋ ਗਈ ਹੈ ਨਾ ਉਸ ਤੋਂ ਬਾਅਦ ਫਿਰ ਤੁਹਾਨੂੰ ਦਰਸ਼ਨ ਦੇਣਗੇ। ਸੋ 4 ਸਾਧੂ ਜਿਹੜੇ ਸੀ 4 ਦਿਸ਼ਾਵਾਂ ਪੂਰਬ ਪੱਛਮ ਉੱਤਰ ਦੱਖਣ ਦੇ ਵਿੱਚ ਪਿੰਡ ਦੇ ਆਲੇ ਦੁਆਲੇ ਬੈਠ ਗਏ। ਜਦ ਪਿੰਡ ਦੇ ਬਾਹਰ ਜਿਹੜੇ ਸੀ ਬੈਠੇ, ਇਸ ਤਰ੍ਹਾਂ ਕਰਦੇ ਕਰਦੇ ਜਦ ਅੱਧੀ ਰਾਤ ਹੋਈ ਅਤੇ ਜਦ ਅੱਧੀ ਰਾਤ ਦਾ ਤਾਰਾ ਨਿਕਲਿਆ 4 ਸਾਧੂ ਨੂੰ ਦੇਖਿਆ ਅਤੇ ਉਸੇ ਟਾਈਮ 4 ਸਾਧੂਆਂ ਨੇ ਜਿਹੜੀਆਂ ਸੀਗੀਆਂ ਚੌਂਕੜੀਆਂ ਲਾਈਆਂ। ਚੌਂਕੜੀਆਂ ਲਾ ਕੇ ਜਦੋਂ ਨਾਮ ਸਿਮਰਨ ਭਜਨ ਕਰਨ ਲੱਗੇ ਅਤੇ ਜਿਹੜੇ ਸੀ ਬਾਬਾ ਜੀ ਹਾਜ਼ਰ ਹੋ ਗਏ। ਜਦੋਂ ਮਹਾਂਪੁਰਖ ਬਾਬਾ ਮਹਾਰਨਾਮ ਸਿੰਘ ਜੀ ਜਿਹੜੇ ਸੀ ਹਾਜ਼ਰ ਹੋ ਗਏ ਅਤੇ ਇੱਕੋ ਟਾਈਮ 4 ਸਾਧੂ ਅਤੇ ਤਾਰਾ ਚੜ੍ਹਨ ਦੇ ਟਾਈਮ 4 ਰੂਪ ਧਾਰ ਕੇ ਬਾਬਾ ਮਹਾਰਨਾਮ ਸਿੰਘ ਨੇ 4 ਸਾਧੂਆਂ ਦੇ ਕੋਲ ਪਹੁੰਚ ਗਏ। ਅਤੇ ਇੱਕ ਸਾਧੂ ਨੂੰ ਦੂਸਰੇ ਦਾ ਨਹੀਂ ਪਤਾ, ਦੂਸਰੇ ਨੂੰ ਤੀਸਰੇ ਦਾ ਨਹੀਂ ਪਤਾ, ਲੇਕਿਨ ਬਾਬਾ ਜੀ ਨੇ ਇੱਕੋ ਟਾਈਮ ਜਾ ਕੇ 4 ਨੂੰ ਦਰਸ਼ਨ ਦਿੱਤੇ ਅਤੇ ਉਹਨਾਂ ਨਾਲ ਕਾਫੀ ਰਾਤ ਜਿਹੜੇ ਸੀ ਬਚਨ ਬਲਾਸ ਕੀਤੇ। ਜਦ ਬਚਨ ਬਲਾਸ ਕੀਤੇ ਉਹਨਾਂ ਦੇ ਮਨ ਦੇ ਸਾਰੇ ਸ਼ੰਕੇ ਨਿਵਰਤ ਕੀਤੇ। ਨਿਵਰਤ ਕਰਨ ਤੋਂ ਬਾਅਦ 4 ਸਾਧੂ ਨੂੰ ਮਹਾਂਪੁਰਖਾਂ ਨੂੰ ਮੱਥਾ ਟੇਕਿਆ ਅਤੇ ਬਾਬਾ ਜੀ ਦੀ ਜੈ ਜੈਕਾਰ ਕੀਤੀ। ਉਸ ਤੋਂ ਬਾਅਦ ਜਦ ਦਿਨ ਚੜ੍ਹਿਆ 4 ਸਾਧੂ ਜਿਹੜੇ ਸੀ ਦੁਬਾਰਾ ਲੰਬੜਦਾਰ ਲੀਕਰ ਸਿੰਘ ਦੇ ਕੋਲ ਆ ਗਏ। ਜਦ ਕੋਲ ਆ ਗਏ 4 ਸਾਧੂ ਨੂੰ ਆਪਸ ਵਿੱਚ ਗੱਲਬਾਤ ਕੀਤੀ। ਗੱਲਬਾਤ ਕਰੀ ਇਹ ਪੁੱਛਿਆ ਵੀ ਤੁਹਾਨੂੰ ਰਾਤ ਬਾਬਾ ਮਹਾਰਨਾਮ ਸਿੰਘ ਨੇ ਕਦੋਂ ਦਰਸ਼ਨ ਦਿੱਤੇ ਆ? ਪਰ 4 ਸਾਧੂਆਂ ਨੇ ਜਿਹੜੇ ਸੀ ਆਪਸੀ ਗੱਲਬਾਤ ਵਿੱਚ ਜਿਹੜਾ ਸੀ ਉਹ ਦੱਸਿਆ ਕਿ ਭਾਈ ਜਦੋਂ ਤਾਰਾ ਚੜ੍ਹਿਆ ਸੀਗਾ ਉਦੋਂ ਬਾਬਾ ਜੀ ਸਾਡੇ ਪਾਸ ਆਏ ਸੀ, ਅਤੇ ਦੂਜਾ ਕਹਿੰਦਾ ਜਦੋਂ ਤਾਰਾ ਚੜ੍ਹਿਆ ਸੀ ਉਦੋਂ ਮਹਾਂਪੁਰਖ ਸਾਡੇ ਪਾਸ ਆਏ ਸੀ। ਤੀਸਰਾ ਵੀ ਜਦ ਇਸ ਤਰ੍ਹਾਂ ਗੱਲ ਕਰੇ, ਜਦ ਸਾਰਿਆਂ ਨੇ ਤਾਰਾ ਚੜ੍ਹਨ ਦੇ ਟਾਈਮ ਇੱਕੋ ਸਮੇਂ ਮਹਾਂਪੁਰਖਾਂ ਦੇ ਨਾਲ ਜਿਹੜੀ ਸੀ ਉਹ ਗੱਲਬਾਤ ਕੀਤੀ ਅਤੇ 4 ਸਾਧੂ ਜਿਹੜੇ ਸੀ ਬੜੇ ਹੈਰਾਨ ਹੋ ਗਏ ਅਤੇ ਕਹਿਣ ਲੱਗੇ, ਕਹਿੰਦੇ ਭਾਈ ਬਾਬਾ ਮਹਾਰਨਾਮ ਸਿੰਘ ਤਾਂ ਮਹਾਂ ਸਮੁੰਦਰ ਵਾ, ਅਸੀਂ ਤਾਂ ਐਵੇਂ ਛੱਪੜਾਂ ਦੀਆਂ ਮੱਛੀਆਂ ਭਾਲਦਿਆਂ ਸਾਰੀ ਜ਼ਿੰਦਗੀ ਬਤੀਤ ਕਰ ਦਿੱਤੀ, ਇਹਨਾਂ ਦੀਆਂ ਇਹ ਜਾਣਦੇ। ਇਹ ਕਹਿ ਕੇ ਹੈ ਨਾ ਅਤੇ ਜਿਹੜੇ 4 ਸਾਧੂ ਸੀਗੇ ਉੱਥੋਂ ਫਿਰ ਲੀਕਰ ਸਿੰਘ ਲੰਬੜਦਾਰ ਦੇ ਘਰੋਂ ਲੰਗਰ ਪਾਣੀ ਛਕ ਕੇ ਉੱਥੋਂ ਚਲੇ ਗਏ ਸੀਗੇ। ਸੋ ਇਸ ਤਰ੍ਹਾਂ ਹੈ ਨਾ ਮਹਾਂਪੁਰਖਾਂ ਨੇ ਦੇਖੋ ਜਿਸ 'ਤੇ ਵੀ ਕਿਰਪਾ ਕੀਤੀ ਆ ਉਸ ਪਰਿਵਾਰ ਨੂੰ ਲੱਖਾਂ ਖੁਸ਼ੀਆਂ ਅਤੇ ਲੱਖਾਂ ਪਾਤਸ਼ਾਹੀਆਂ ਦੇ ਕੇ ਉਹਨਾਂ ਦਾ ਲੋਕ ਅਤੇ ਪਰਲੋਕ ਦੋਨੇ ਸੇਲੇ ਕਰ ਦਿੱਤੇ ਆ। ਸੋ ਦਾਸ ਇੰਨੇ ਹੀ ਬਚਨ ਕਰਦਾ ਹੈ ਖਿਮਾ ਦਾ ਜਾਚਕਵਾ ਜੀ, ਹੋਈਆਂ ਬੇਅੰਤ ਭੁੱਲਾਂ ਚੁੱਕਾਂ ਦੀ ਖਿਮਾ ਬਖਸ਼ਣੀ। ਸੋ ਫਤਿਹ ਬੁਲਾਓ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।